एंड में कराची पसंद। क्यों? बस आई फील लाइक कि वो कभी भी परफॉर्म नहीं करते हैं। कि हस्बैंड भी कराची से हैं, वो भी कभी परफॉर्म नहीं करते। अस्सलाम वालेकुम। हाँ जी प्यारिओ, की हाल आ? ਸਿਆਣੇ ਕਹਿ ਗਏ ਕਿ ਇਨਸਾਨ ਦੀਆਂ ਜਿਹੜੀਆਂ ਹਰਕਤਾਂ ਨਾ ਉਹ ਇਨਸਾਨ ਦੀ ਨਸਲ ਦਾ ਪਤਾ ਦੱਸਦੀਆਂ ਆ ਕਿ ਇਨਸਾਨ ਦੀ ਨਸਲ ਕਿਹੋ ਜਿਹੀ ਹੈ। ਜੇ ਚੰਗੀ ਨਸਲ ਦਾ ਤੇ ਚੰਗੇ ਕੰਮ ਕਰੇਗਾ, ਗੰਦੀ ਨਸਲ ਦਾ ਤੇ ਗੰਦੇ ਕੰਮ ਕਰੇਗਾ। ਅੱਜ ਤੁਹਾਡੇ ਨਾਲ ਦੋ ਇਹੋ ਜਿਹੇ ਸਟੇਜ ਪਰਫਾਰਮ ਕਰਨ ਵਾਲੇ ਬੰਦੇ ਜਿਹੜੇ ਕਿ ਮੇਜ਼ਬਾਨ ਹੁੰਦੇ ਆ ਉਹਨਾਂ ਦੇ ਬਾਰੇ 'ਚ ਡਿਸਕਸ ਕਰਦੇ ਆ। ਪਹਿਲੇ ਨੰਬਰ ਤੇ ਇਮਰਾਨ ਅਸ਼ਰਫ ਦੀ ਇੱਕ ਵੀਡੀਓ ਪਿਛਲੇ ਦਿਨਾਂ 'ਚ ਤੁਸੀਂ ਵੇਖਿਆ ਹੋਣਾ ਕਿ ਬੜੀ ਵਾਇਰਲ ਹੋਈ ਕਿ ਉਹ ਸਟੇਜ ਤੇ ਬੈਠਾ ਤੇ ਇੱਕ ਛੋਟੀ ਬੱਚੀ ਨੂੰ ਉਹ ਬਾਹਰੋਂ ਬੁਲਵਾਉਂਦਾ ਆ। ਬੁਲਵਾ ਕੇ ਬੱਚੀ ਜਦੋਂ ਕੋਲ ਬਹਿ ਜਾਂਦੀ ਆ ਤੇ ਉਹਨੂੰ ਉਹ ਮੋਢੇ ਤੋਂ ਟੱਚ ਕਰਨ ਤੋਂ ਪਹਿਲੇ ਵੀ ਉਹਦੀ ਮਾਂ ਕੋਲੋਂ ਇਜਾਜ਼ਤ ਲੈਂਦਾ ਕਿ ਬੁਰਾ ਇੰਪ੍ਰੈਸ਼ਨ ਨਾ ਜਾਵੇ, ਬੱਚਾ ਅਨਕੰਫਰਟੇਬਲ ਨਾ ਹੋਵੇ। ਤੇ ਇਹ ਵੀਡੀਓ ਬੜੀ ਵਾਇਰਲ ਹੋਈ ਤੇ ਇਮਰਾਨ ਅਸ਼ਰਫ ਜਿਹੜਾ ਨਾ ਬਹੁਤ ਹੀ ਜ਼ਬਰਦਸਤ ਮੁੰਡਾ ਆ, ਬੜੇ ਅੱਛੇ ਅਦਾਕਾਰੀ ਵੀ ਕਰਦਾ ਆ ਤੇ ਉਹਨਾਂ ਦਾ ਸ਼ੋਅ ਵੀ ਬੜਾ ਪਿਆਰਾ ਹੁੰਦਾ। ਔਰ ਉਹਨਾਂ ਦੇ ਸ਼ੋਅ ਦੇ ਵਿੱਚ ਜ਼ੂ ਮੈਨੀ ਗੱਲਾਂ ਜਿਹੜੀਆਂ ਨਾ ਨਿਹਾਇਤ ਹੀ ਕਮ ਹੁੰਦੀਆਂ। मेरा बेटा, मैं टच कर सकता हूँ? इजाजत है? जी 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 बेटा। ਤੇ ਦੂਜੇ ਨੰਬਰ ਤੇ ਸਾਡੇ ਕੋਲ ਆ ਜਾਂਦੇ ਆ ਜੀ ਤਾਬਿਸ਼ ਹਾਸ਼ਮੀ। ਤਾਬਿਸ਼ ਇਹ ਕਹਿ ਲਓ ਕਿ ਪਹਿਲੇ YouTube ਤੇ ਹੁੰਦੇ ਸੀਗੇ, ਉੱਥੇ ਵੀ ਉਹ ਰੰਗ ਬਰੰਗੀਆਂ ਲੁੱਚੀਆਂ ਜੀਆਂ ਗੱਲਾਂ ਕਰਕੇ ਤੇ ਲੋਕਾਂ ਦੇ ਵਿੱਚ ਮਸ਼ਹੂਰ ਹੋ ਗਏ। ਹੁਣ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਕਿ ਸਾਡੇ ਕੋਲ ਇੰਟਰਟੇਨ ਹੋਣ ਵਾਸਤੇ ਪਹਿਲੇ ਸਟੇਜ ਡਰਾਮੇ ਹੁੰਦੇ ਸੀਗੇ। ਸਟੇਜ ਡਰਾਮਿਆਂ ਦੇ ਵਿੱਚ ਲੋਕ ਜਾਂਦੇ ਸੀ ਫੈਮਿਲੀ ਦੇ ਨਾਲ, ਟਿਕਟਾਂ ਲੈ ਕੇ ਜਾ ਕੇ ਬਹਿ ਕੇ ਡਰਾਮੇ ਵੇਖਣੇ। ਬੜੇ ਅੱਛੇ ਉੱਥੇ ਜੁਮਲੇ ਇਸਤੇਮਾਲ ਹੁੰਦੇ ਸੀ, ਬੜਾ ਪਿਆਰਾ ਮਾਹੌਲ ਹੁੰਦਾ ਸੀਗਾ। ਲੇਕਿਨ ਇੱਕ ਟਾਈਮ ਆਇਆ ਕਿ ਉਹ ਜੁਮਲੇ ਚੇਂਜ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਵਿੱਚ ਫਹਾਸ਼ੀ ਵਾਲੇ ਜੁਮਲੇ ਆਉਣ ਲੱਗ ਪਏ। ਫਿਰ ਜਿਹੜੇ ਫੈਮਲੀਆਂ ਵਾਲੇ ਸੀ ਉਹ ਫੈਮਿਲੀ ਛੱਡ ਕੇ ਇਕੱਲਿਆਂ ਜਾਣ ਲੱਗ ਪਏ ਤੇ ਫਿਰ ਜਿਹੜਾ ਸ਼ਰੀਫ ਇਨਸਾਨ ਸੀ ਉਹ ਇਕੱਲਿਆਂ ਵੀ ਜਾਣਾ ਛੱਡ ਗਿਆ। ਅੱਜ ਸਾਡੇ ਕੋਲ ਇੰਟਰਟੇਨ ਵਾਸਤੇ ਇਹ ਜਿਹੜੇ ਸਟੇਜ ਸ਼ੋਅ ਆਉਂਦੇ ਇਸ ਤਰ੍ਹਾਂ ਦੇ ਉਹ ਹੁੰਦੇ ਆ। ਲੇਕਿਨ ਇਹਨਾਂ ਦੇ ਵਿੱਚ ਵੀ ਇਹ ਜਿਹੜੇ ਤਾਬਿਸ਼ ਹਾਸ਼ਮੀ ਵਰਗੇ ਜਿਹੜੇ ਗਿੱਦੜ ਆ ਨਾ, ਇਹ ਆ ਕੇ ਲੁੱਚ ਦਲਣ ਰਹੇ ਆ। ਅਗਰ ਜਿਹੜਾ ਸਵਾਲ ਤਾਬਿਸ਼ ਹਾਸ਼ਮੀ ਨੇ ਮਰੀਮ ਨਫੀਸ ਅਦਾਕਾਰਾ ਜਿਹੜੀ ਆ ਉਹਦੇ ਕੋਲੋਂ ਪੁੱਛਿਆ ਵਾ, ਅਗਰ ਤਾਬਿਸ਼ ਹਾਸ਼ਮੀ ਦੀ ਬੇਗਮ ਕੋਲੋਂ ਕੋਈ ਪੁੱਛੇ, ਲਾਗੇ ਉਹਦੇ ਬੱਚੇ ਵੀ ਬੈਠੇ ਹੋਣ ਔਰ ਔਨ ਏਅਰ ਜਾ ਰਿਹਾ ਹੋਵੇ ਪ੍ਰੋਗਰਾਮ, ਤੇ ਤਾਬਿਸ਼ ਕੀ ਕਰੇਗਾ? ਡੁੱਬ ਮਰੇਗਾ। ਇਹੋ ਜਿਹੇ ਜ਼ੂ ਮੈਨੀ ਸਵਾਲ ਕਰਨਾ ਪਤਾ ਨਹੀਂ ਇਹਨਾਂ ਨੇ ਆਪਣੀ ਫਿਤਰਤ ਬਣਾ ਲਈ ਆ। ਹੁਣ ਹੋਇਆ ਕੀ ਹੈ ਜੀ, ਸ਼ੋਅ ਦੇ ਵਿੱਚ ਬੈਠੇ ਆ ਤੇ PSL ਕੁਝ ਕ੍ਰਿਕਟਰ ਵੀ ਬੈਠੇ ਨਾਲ ਤੇ PSL ਦੇ ਬਾਰੇ 'ਚ ਗੱਲ ਹੋ ਰਹੀ ਆ ਤੇ ਤਾਬਿਸ਼ ਹਾਸ਼ਮੀ ਉਹਨਾਂ ਨੂੰ ਪੁੱਛਦੇ ਆ ਕਿ ਮਰੀਮ ਨਫੀਸ ਨੂੰ ਕਿ ਤੁਹਾਨੂੰ ਕਿਹੜੀ ਟੀਮ ਪਸੰਦ ਆ। ਉਹਨਾਂ ਨੇ 2-3 ਟੀਮਾਂ ਦੇ ਨਾਂ ਲਏ, ਲਾਹੌਰ, ਕੁਇਟਾ, ਇਸਲਾਮਾਬਾਦ। ਫਿਰ ਉਹਨਾਂ ਨੇ ਕਿਹਾ ਜੀ ਮੈਨੂੰ ਸਭ ਤੋਂ ਜਿਹੜੀ ਆਖਰ ਤੇ ਪਸੰਦ ਆ ਨਾ ਉਹ ਹੈ ਜੀ ਕਰਾਚੀ। ਅੱਛਾ, ਤਾਬਿਸ਼ ਉਹਨੂੰ ਕਹਿੰਦਾ ਕਿ ਤੁਸੀਂ ਇਹ ਦੱਸੋ ਕਿ ਕਰਾਚੀ ਵਾਲੀ ਟੀਮ ਜਿਹੜੀ ਹੈ ਤੁਹਾਨੂੰ ਕਿਉਂ ਥੋੜੀ ਪਸੰਦ ਆ, ਘੱਟ ਕਿਉਂ ਪਸੰਦ ਆ? ਉਹਨੇ ਕਿਹਾ ਨਹੀਂ, ਉਹਨੇ ਇਗਨੋਰ ਕੀਤਾ। ਉਹਨੇ ਕਿਹਾ ਨਹੀਂ ਕੁਛ ਨਹੀਂ। ਫਿਰ ਜ਼ਿਆਦਾ ਹੀ ਜਦੋਂ ਇਸਰਾਰ ਕੀਤਾ ਤੇ ਉਹਨੇ ਕਿਹਾ ਜੀ ਇਹਨਾਂ ਦੀ ਪਰਫਾਰਮੈਂਸ ਅੱਛੀ ਨਹੀਂ ਹੁੰਦੀ, ਖੇਲਦੇ ਅੱਛਾ ਨਹੀਂ ਗੇ। ਅੱਛਾ, ਅੱਗੇ ਜਿਹੜਾ ਤਾਬਿਸ਼ ਦਾ ਸਵਾਲ ਸੀ ਨਾ ਉਹ ਬੜਾ ਹੀ ਬਗੈਰਤੀ ਵਾਲਾ ਸੀਗਾ, ਜ਼ੂ ਮੈਨੀ ਸਵਾਲ ਸੀਗਾ ਤੇ ਮਰੀਮ ਨਫੀਸ ਦੇ ਚਿਹਰੇ ਦੇ ਵੀ ਇੱਕ ਵਾਰੀ ਰੰਗ ਉੱਡ ਗਏ। ਹੁਣ ਸਵਾਲ ਕੀ ਸੀਗਾ? ਸਵਾਲ ਇਹ ਸੀਗਾ ਕਿ ਤੁਹਾਡੇ ਜਿਹੜੇ ਸ਼ੌਹਰ ਆ ਉਹ ਵੀ ਕਰਾਚੀ ਤੋਂ ਹੀ ਆ, ਉਹਨਾਂ ਦੀ ਪਰਫਾਰਮੈਂਸ ਵੀ ਠੀਕ ਨਹੀਂ ਹੈਗੀ। ਉਹ ਡੁੱਬ ਮਾਰ ਕਿਤੇ ਬਗੈਰਤਾ। ਦੇਖੋ, ਇੱਕ ਔਰਤ ਨੂੰ ਇਹੋ ਜਿਹਾ ਸਵਾਲ ਕਰਨਾ ਜ਼ੂ ਮੈਨੀ, ਮੁੜ ਕੇ ਉੱਤੇ ਉਹਨੇ ਪਰਦਾ ਤੇ ਪਾ ਲਿਆ। ਮਰੀਮ ਨਫੀਸ ਨੇ ਵੀ ਕਿਹਾ ਵੀ ਤੁਸੀਂ ਇਹ ਅੱਛਾ ਕੰਟਰੋਲ ਕਰ ਲਿਆ, ਮੈਂ ਅਗਲੀ ਵਾਰੀ ਜਦੋਂ ਆਵਾਂਗੀ ਤੇ ਆਪਣੇ ਸ਼ੌਹਰ ਨੂੰ ਨਾਲ ਲੈ ਕੇ ਆਵਾਂਗੀ। ਲੇਕਿਨ ਇਹ ਜਿਹੜੀ ਬਗੈਰਤੀ ਟੀਵੀ ਤੇ ਵਿਖਾਈ ਜਾਂਦੀ ਹੈ, ਘਰ ਦੇ ਵਿੱਚ ਬੀਬੀਆਂ, ਭੈਣਾਂ, ਬੱਚੇ ਸਾਰੇ ਇਕੱਠੇ ਵੇਖ ਰਹੇ ਹੁੰਦੇ ਆ। ਉਹ ਵਿਚਾਰੇ ਜਦੋਂ ਇਹੋ ਜਿਹਾ ਸਵਾਲ ਆ ਜਾਂਦਾ ਨਾ, ਮੂੰਹ ਚੁੱਕ ਕੇ ਇੱਕ ਦੂਸਰੇ ਦੇ ਮੂੰਹ ਵੱਲ ਨੂੰ ਇੰਝ ਵੇਖਦੇ ਆ ਵੀ ਇਹ ਹੋ ਕੀ ਗਿਆ ਆ, ਹੁਣ ਇੱਥੇ ਕੀ ਹੋਏਗਾ। ਬੱਚਿਆਂ ਦੇ ਸਾਹਮਣੇ ਬਗੈਰਤੀ ਵਿਖਾਣਾ ਇਹਨਾਂ ਦਾ ਕੌਮੀ ਫਰੀਜ਼ਾ ਬਣ ਗਿਆ ਆ, ਇਹੋ ਜਿਹੇ ਜਿਹੜੇ ਗਿੱਦੜ ਕਿਸਮ ਦੇ ਐਕਟਰ ਆ। ਤੇ ਸਾਡੇ ਲੋਕ ਇਹਨਾਂ ਨੂੰ ਚੱਕ ਰੱਖਦੇ ਆ, ਮਤਲਬ ਟਿਕਾ ਕੇ ਇਹਨਾਂ ਨੂੰ ਵੇਖਣਾ ਤੇ ਇਹੋ ਜਿਹੇ ਕੰਮ ਕਰਨੇ। ਬਾਕੀ ਤੁਸੀਂ ਆਪਣੀ ਰਾਏ ਦਿਓ ਕਿ ਇਹ ਰੌਲਾ ਕੀ ਆ। ਫਿਰ ਇੱਕ ਹੋਰ ਕਲਿੱਪ ਜਿਹੜਾ ਕਿ ਸ਼ਾਜ਼ੀਆ ਮੰਜ਼ੂਰ ਇੱਕ ਕਾਮੇਡੀਅਨ ਹੈ, ਉਹਨੂੰ ਥੱਪੜ ਮਾਰ ਰਹੀ ਹੈ ਸ਼ੋਅ ਦੇ ਵਿੱਚ। ਇੱਕ ਛੋਟਾ ਜਿਹਾ ਜਿਹੜਾ ਕਲਿੱਪ ਹੈ ਉਹ ਬੜਾ ਵਾਇਰਲ ਹੋਇਆ। ਅੱਛਾ, ਕਲਿੱਪ ਜਦੋਂ ਵਾਇਰਲ ਹੋਇਆ ਤੇ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਸ਼ਾਜ਼ੀਆ ਮੰਜ਼ੂਰ ਤੇ ਹੈ ਹੀ ਇਸ ਤਰ੍ਹਾਂ ਦੀ ਆ, ਉਹਦਾ ਕੰਮ ਹੀ ਇਹੋ ਜਿਹਾ ਆ ਲੋਕਾਂ ਦੇ ਨਾਲ। ਤੇ ਲੇਕਿਨ ਉਹ ਕਲਿੱਪ ਦੇ ਵਿੱਚ ਵਿਖਾਇਆ ਗਿਆ ਕਿ ਉਹ ਸ਼ਾਜ਼ੀਆ ਉਹਨੂੰ ਕਹਿ ਰਹੀ ਹੈ ਕਿ ਇਹ ਪਹਿਲੇ ਮੈਨੂੰ ਕਹਿ ਰਿਹਾ ਸੀਗਾ ਕਿ ਮੈਂ ਤੁਹਾਨੂੰ ਬਾਜੀ ਕਹਿੰਦਾ ਆ ਤੇ ਫਿਰ ਨਾਲ ਹੀ ਮੈਨੂੰ ਕਹਿੰਦਾ ਤੁਸੀਂ ਮੇਰੇ ਨਾਲ ਹਨੀਮੂਨ ਤੇ ਚੱਲਦੇ ਹੋ। ਇਹ ਬਗੈਰਤੀ ਨਹੀਂ ਗੀ, ਇਹਨੂੰ ਇਹੋ ਜਿਹਾ ਸਵਾਲ ਨਹੀਂ ਕਰਨਾ ਚਾਹੀਦਾ। ਅੱਛਾ, ਇੰਨਾ ਟੀਜ਼ਰ ਵੇਖ ਕੇ ਸਾਨੂੰ ਇਹੀ ਲੱਗਾ ਕਿ ਯਾਰ ਇਹ ਬੰਦਾ ਗਲਤ ਆ। ਅੱਛਾ, ਜਦੋਂ ਉਹ ਪੂਰਾ ਪ੍ਰੋਗਰਾਮ ਔਨ ਏਅਰ ਹੋਇਆ ਤੇ ਉਸ ਪ੍ਰੋਗਰਾਮ 'ਚ ਪਤਾ ਲੱਗਾ ਕਿ ਇਹ ਸਾਰਾ ਕੁਝ ਸਕ੍ਰਿਪਟਡ ਸੀਗਾ, ਕਿ ਲਿਖਿਆ ਸੀਗਾ ਕਿ ਇਸ ਤਰ੍ਹਾਂ ਕਰਨਾ ਆ। ਉਹ ਕਿਉਂ ਕਰਨਾ ਆ? ਤਾਂ ਕਿ ਪ੍ਰੋਗਰਾਮ ਦੀ ਰੇਟਿੰਗ ਵੱਧ ਸਕੇ। ਰੇਟਿੰਗ ਵਧਾਉਣ ਦੇ ਚੱਕਰ 'ਚ ਇਹੋ ਜਿਹੇ ਕੰਮ ਕੀਤੇ ਜਾਂਦੇ।
ਹਾਲਾਂਕਿ ਕੀਤਾ ਤੇ ਇਹ ਵੀ ਗਲਤ ਹੀ ਗਿਆ ਆ। ਲੋਕਾਂ ਨੂੰ ਕੀ ਮੈਸੇਜ ਦਿੱਤਾ ਜਾ ਰਿਹਾ? ਕੀ ਗੱਲ ਤੁਹਾਡੇ ਕੋਲ ਕਲੀਅਰ ਕੋਈ ਵੀ ਕੰਟੈਂਟ ਨਹੀਂ ਹੈਗਾ? ਤੁਸੀਂ ਇਹੋ ਜਿਹੇ ਕੰਟੈਂਟ ਬਣਾਣੇ ਆ? ਤੁਸੀਂ ਆਪਣੀ ਰਾਏ ਕਮੈਂਟ 'ਚ ਜ਼ਰੂਰ ਦੇਣਾ, ਲੇਕਿਨ ਤਾਬਿਸ਼ ਹਾਸ਼ਮੀ ਵਾਸਤੇ ਕੋਈ ਅੱਛਾ ਜਿਹਾ ਜੁਮਲਾ ਜ਼ਰੂਰ ਲਿਖ ਜਾਓ। ਤੁਹਾਨੂੰ ਚੰਗਾ ਲੱਗਦਾ, ਮਾੜਾ ਲੱਗਦਾ, ਕੀ ਕਹੋਗੇ ਉਹਦੇ ਬਾਰੇ 'ਚ? ਇਸੇ ਤਰ੍ਹਾਂ ਹੀ ਇੱਕ ਪਿਛਲੇ ਦਿਨਾਂ 'ਚ ਸ਼ੁਏਬ ਅਖਤਰ ਨੇ ਵੀ ਸਵਾਲ ਕੀਤਾ ਸੀਗਾ, ਤੁਹਾਨੂੰ ਪਤਾ ਹੋਣਾ। ਤੇ ਇਹੋ ਜਿਹੇ ਸਵਾਲ ਜਿਹੜੇ ਨਾ ਕਰਨੇ ਮੁਨਾਸਬ ਨਹੀਂ ਹੈਗੇ ਯਾਰ। ਇੱਕ ਬੰਦਾ ਤੁਹਾਡੇ ਸ਼ੋਅ 'ਚ ਆ ਗਿਆ, ਉਹ ਵੀ ਖਤੂਨ ਆ ਗਈ ਆ, ਤੇ ਉਹਦੇ ਨਾਲ ਤੁਸੀਂ ਇਹੋ ਜਿਹੀ ਬੇਹੂਦਗੀ ਵਾਲੀ ਗੁਫ਼ਤਗੂ ਕਰੋ। ਇਹ ਮੇਰੀ ਕੋਈ ਸੋਚ ਸੀਗੀ ਥੋੜੀ ਜੀ, ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਆ। ਤੇ ਤੁਸੀਂ ਆਪਣੀ ਰਾਏ ਕਮੈਂਟ 'ਚ ਜ਼ਰੂਰ ਦੇ ਦੇਣਾ। ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।